गुरु प्यारी साध संगत जी, वाहिगुरु जी का खालसा, वाहिगुरु जी की फतेह। गुरु प्यारिओ, श्री गुरु तेग बहादुर साहिब जी आनंदपुर साहिब ਦੀ ਧਰਤੀ ਤੇ ਆ ਗਏ। ਕਸ਼ਮੀਰ ਤੇ ਜ਼ੁਲਮ ਦੀ ਹਨੇਰੀ ਚੱਲੀ ਹੈ। ਜ਼ਬਰਦਸਤੀ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣਾ ਚਾਹਿਆ ਤਾਂ ਉਹਨਾਂ ਨੇ ਕਸ਼ਮੀਰ ਦੇ ਗਵਰਨਰ ਤੋਂ ਮੋਹਲਤ ਮੰਗੀ ਕਿ ਸਾਨੂੰ 6 ਮਹੀਨਿਆਂ ਦਾ ਸਮਾਂ ਦੇ ਦਿਓ, ਅਸੀਂ ਆਪਸ ਵਿੱਚ ਸਲਾਹ ਕਰ ਲੈਂਦੇ ਹਾਂ। ਗੁਰੂ ਪਿਆਰਿਓ, ਕਿਸੇ ਹਿੰਦੂ ਰਾਜੇ ਨੇ ਸਾਥ ਨਹੀਂ ਦਿੱਤਾ, ਕਿਸੇ ਤਾਕਤ ਵਾਲੇ ਚੌਧਰੀ ਨੇ ਸਾਥ ਨਹੀਂ ਦਿੱਤਾ। ਕਸ਼ਮੀਰ ਦੇ ਇਤਿਹਾਸ ਵਿੱਚ ਲਿਖਿਆ ਹੈ, ਕੁਝ ਪੰਡਤ ਅਮਰਨਾਥ ਦੀ ਯਾਤਰਾ ਵਿੱਚ ਗਏ। ਉੱਥੇ ਉਹਨਾਂ ਨੂੰ ਸੁਪਨਾ ਆਇਆ ਪੰਡਤ ਕਿਰਪਾ ਰਾਮ ਨੂੰ, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਕੋਈ ਫਰਿਆਦ ਸੁਣੇ, ਕਿਸੇ ਚੌਧਰੀ ਕਿਸੇ ਰਾਜੇ ਨਹੀਂ ਸੁਣਨੀ, ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕੋ, ਤੁਹਾਡੀ ਇੱਜ਼ਤ ਜ਼ਰੂਰ ਰੱਖੇਗਾ। ਫਿਰ ਇਹ ਪੰਡਤ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਆਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੰਘਾਸਣ 'ਤੇ ਵਿਰਾਜਮਾਨ ਹਨ। ਇਹਨਾਂ ਨੇ ਹੱਥ ਵਿੱਚ ਜਨੇਊ ਪਕੜੇ ਹੋਏ ਨੇ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਰੋ ਉੱਠੇ, ਬੁੱਬਾ ਮਾਰ ਕੇ ਦਰਬਾਰ ਵਿੱਚ। ਤਾਂ ਮਹਾਰਾਜ ਨੇ ਕਿਹਾ, ਤੁਸੀਂ ਕੌਣ ਤੇ ਕਿਵੇਂ ਆਏ? ਅੱਗੋਂ ਉੱਤਰ ਦਿੱਤਾ, ਅਸੀਂ ਦੁਖੀ ਪੰਡਤ ਹਾਂ, ਕਸ਼ਮੀਰ ਤੋਂ ਅਨੰਦਪੁਰ ਦੀ ਧਰਤੀ 'ਤੇ ਆਏ ਹਾਂ। ਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ, ਸਾਡਾ ਧਰਮ, ਸਾਡਾ ਤਿਲਕ, ਸਾਡਾ ਸਾਰਾ ਜੰਝੂ, ਸਾਡਾ ਮੰਦਰ, ਸਾਡੀ ਆਰਤੀ, ਸਾਡੇ ਦਿਵਾਲੇ ਸਿਵਾਲੇ, ਸਾਡੀ ਗੀਤਾ, ਸਾਡੀ ਹਰ ਚੀਜ਼ ਖਤਰੇ ਵਿੱਚ ਹੈ। ਅਖੀਰ ਤੇ ਤੇਰੇ ਦਰ 'ਤੇ ਢੁੱਕੇ ਹਾਂ, ਸਾਡੀ ਆਣ ਕੇ ਬਾਹਾਂ ਪਕੜ ਲਓ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣਿਆ ਤਾਂ ਚੁੱਪ ਵਰਤ ਗਏ। ਮਹਾਰਾਜ ਗੁਰੂ ਗੋਬਿੰਦ ਰਾਏ ਜੀ ਦਰਬਾਰ ਵਿੱਚ ਆਏ ਹਨ। 9 ਸਾਲ ਦੀ ਉਮਰ ਹੈ। ਮਹਾਰਾਜ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਦੇਖਿਆ ਸਾਰੇ ਖਾਮੋਸ਼ ਬੈਠੇ ਨੇ। ਖਾਮੋਸ਼ੀ ਤੋੜ ਕੇ ਕਹਿੰਦੇ, ਪਿਤਾ ਜੀ, ਇਹ ਅੱਜ ਸੰਗਤ ਵਿੱਚ ਖਾਮੋਸ਼ੀ ਕਿਉਂ ਹੈ? ਇੰਨੀ ਗੰਭੀਰਤਾ ਕਿਉਂ ਹੈ? ਇਹ ਜਿਹੜੇ ਲੋਕ ਖੜੇ ਨੇ, ਇਹ ਰੋ ਕਿਉਂ ਰਹੇ ਹਨ? ਮਹਾਰਾਜ ਹੱਸ ਕੇ ਕਹਿੰਦੇ ਨੇ, ਲਾਲ ਜੀ, ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹਨਾਂ ਦੀ ਆਸਥਾ ਮਿਟਾਈ ਜਾ ਰਹੀ ਹੈ, ਇਹਨਾਂ ਦਾ ਜਨੇਊ, ਇਹਨਾਂ ਦਾ ਤਿਲਕ, ਇਹਨਾਂ ਦਾ ਦਿਵਾਲਿਆ, ਇਹਨਾਂ ਦੀ ਆਰਤੀ, ਇਹਨਾਂ ਦਾ ਧਰਮ ਨਸ਼ਟ ਕੀਤਾ ਜਾ ਰਿਹਾ ਹੈ। ਤਾਂ ਪੁੱਛਦੇ ਹਨ ਗੋਬਿੰਦ ਰਾਏ ਜੀ, ਇਹ ਰੋ ਕਿਉਂ ਰਹੇ ਹਨ? ਮਹਾਰਾਜ ਕਹਿਣ ਲੱਗੇ, ਇਹ ਪੁਕਾਰ ਕਰਨ ਆਏ ਹਨ ਕਿ ਕੋਈ ਸਾਡੀ ਮਦਦ ਕਰੇ, ਕੋਈ ਸਾਡੀ ਬਾਹਾਂ ਪਕੜੇ। ਤਦ ਸ੍ਰੀ ਗੋਬਿੰਦ ਰਾਏ ਮਹਾਰਾਜ ਜੀ ਪੁੱਛਦੇ ਨੇ, ਸਤਿਗੁਰੂ ਪਿਤਾ ਜੀ, ਇਹ ਬਚ ਸਕਦੇ ਹਨ? ਮਹਾਰਾਜ ਕਹਿਣ ਲੱਗੇ, ਹਾਂ ਬਚ ਸਕਦੇ ਹਨ। ਕੋਈ ਕਰਨੀ ਕਮਾਈ ਵਾਲਾ ਮਹਾਂਪੁਰਖ ਆਪਣਾ ਬਲਿਦਾਨ ਦੇਵੇ, ਆਪਣੀ ਕੁਰਬਾਨੀ ਦੇਵੇ ਤਾਂ। ਗੁਰੂ ਪਿਆਰਿਓ, ਉਸੇ ਵਕਤ ਪਿਤਾ ਵੱਲ ਵੇਖ ਕੇ ਗੋਬਿੰਦ ਰਾਏ ਕਹਿਣ ਲੱਗੇ, ਸਤਿਗੁਰ ਪਿਤਾ, ਇਹ ਆਏ ਹਨ ਤੇਰੇ ਦਰ 'ਤੇ, ਤੇ ਸੱਚ ਇਹ ਹੈ ਕਿ ਤੇਰੇ ਵਰਗਾ ਕੋਈ ਵੱਡਾ ਮਹਾਂਪੁਰਖ ਨਹੀਂ। ਜੇ ਤੁਸੀਂ ਬਾਹਾਂ ਪਕੜੋਗੇ ਤਾਂ ਤਿਲਕ ਜੰਝੂ ਜ਼ਰੂਰ ਬਚ ਜਾਏਗਾ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣਿਆ ਤੇ ਮੁਸਕਰਾ ਕੇ ਕਹਿਣ ਲੱਗੇ, ਹਾਂ ਲਾਲ, ਮੈਂ ਇਹੀ ਤੇਰੇ ਤੋਂ ਆਸ ਕਰਦਾ ਸੀ। ਪੰਡਤ ਕਿਰਪਾ ਰਾਮ ਨੂੰ ਕਿਹਾ, ਤੁਸੀਂ ਚਲੇ ਜਾਓ ਤੇ ਜਾ ਕੇ ਗਵਰਨਰ ਨੂੰ ਕਹਿ ਦਿਓ ਕਿ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ। ਜੇ ਉਹ ਮੰਨ ਜਾਣ ਤਾਂ ਅਸੀਂ ਸਾਰੇ ਇਸਲਾਮ ਨੂੰ ਕਬੂਲ ਕਰ ਲਵਾਂਗੇ। ਮਹਾਰਾਜ ਨੇ ਕਿਹਾ, ਮੈਂ ਤੁਹਾਡਾ ਸਾਥ ਦਿਆਂਗਾ, ਤੁਸੀਂ ਕਹਿ ਦਿਓ ਘਰ ਘਰ ਨਾ ਜਾਓ। ਗੁਰੂ ਪਿਆਰਿਓ, ਸਮਾਂ ਆਉਂਦਾ ਹੈ, ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਚੱਲਦੇ ਹਨ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦੇ ਜੀ, ਭਾਈ ਜੈਤਾ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ, ਇਹ ਸਾਰੇ ਚੱਲਦੇ ਹਨ। ਚੱਲਣ ਲੱਗਿਆਂ ਮਾਤਾ ਗੁਜਰੀ ਜੀ ਆਪਣੇ ਸੁਆਮੀ ਨੂੰ ਵਿਦਾ ਕਰਨ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਨੂੰ ਵਿਦਿਆ ਕਰਨ ਆਏ। ਬਜ਼ੁਰਗ ਹੋਈ ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਵਿਦਾ ਕਰਨ ਆਏ।
परिवार आया सच्चे पातशाह किरतपुर साहिब तो पहला एक स्थान है। ਉੱਥੇ परिवार ਤੇ ਸਿੱਖਾਂ ਨੂੰ ਕਿਹਾ ਤੁਸੀਂ ਵਾਪਸ ਚਲੇ ਜਾਓ। ਜਦੋਂ ਵਾਪਸ ਜਾਣ ਲੱਗੇ ਤਾਂ ਮਾਤਾ ਗੁਜਰੀ ਨੇ ਨਮਸਕਾਰ ਕੀਤੀ। ਗੁਰੂ ਗੋਬਿੰਦ ਰਾਏ ਜੀ ਨੇ ਮੱਥਾ ਟੇਕਿਆ। ਪਿਤਾ ਨੇ 9 ਸਾਲ ਦੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਇਆ। ਗੁਰੂ ਪਿਆਰਿਓ, ਇਹ ਪਿਤਾ ਤੇ ਪੁੱਤਰ ਦੀ ਆਖਰੀ ਮਿਲਣੀ ਸੀ। ਮਾਤਾ ਨਾਨਕੀ ਜੀ ਨੂੰ ਹਜ਼ੂਰ ਨੇ ਨਮਸਕਾਰ ਕੀਤੀ। ਹਜ਼ੂਰ ਮਾਂ ਦਾ ਅਦਬ ਕਰਨ ਲਈ ਝੁਕੇ ਤੇ ਕਿਹਾ, ਮਾਂ ਜੀ ਤੁਹਾਡੀ ਕੋਈ ਸੇਵਾ? ਤਾਂ ਮਾਤਾ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਨੇ, ਮੇਰੇ ਲਾਲ, ਮੇਰੇ ਪੁੱਤ, ਜਿਹੋ ਜਿਹਾ ਚਿਹਰਾ ਮੁਸਕਰਾਉਂਦਾ ਹੋਇਆ ਤੋਰਦੀ ਪਈ ਹਾਂ, ਮੈਂ ਦੁਬਾਰਾ ਇਹੋ ਜਿਹਾ ਚਿਹਰਾ ਦੇਖਣਾ ਚਾਹੁੰਦੀ ਹਾਂ। ਤਾਂ ਗੁਰੂ ਪਿਆਰਿਓ, ਮਹਾਰਾਜ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਗਿਆ। ਕਹਿਣ ਲੱਗੇ, ਮਾਂ ਸੱਚਮੁੱਚ ਮੁਸਕਰਾਉਂਦਾ ਹੀ ਦੇਖੇਂਗੀ। ਸਤਿਗੁਰੂ ਜੀ ਉੱਥੋਂ ਵਿਦਾ ਲੈ ਕੇ ਚਲਦੇ ਹਨ। ਗੁਰੂ ਪਿਆਰਿਓ, ਕਈ ਲੋਕ ਮਹਾਰਾਜ ਜੀ ਦੀ ਗ੍ਰਿਫਤਾਰੀ ਮਲਿਕਪੁਰ ਤੋਂ ਕਹਿੰਦੇ ਨੇ, ਪਰ ਸਤਿਗੁਰੂ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੁੰਦੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਲਿਆਂਦੇ ਜਾਂਦੇ ਹਨ। ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਜਾਂਦਾ ਹੈ ਕੋਤਵਾਲੀ ਵਿੱਚ, ਜਿਹੜੀ ਗੁਰਦੁਆਰਾ ਸੀਸਗੰਜ ਸਾਹਿਬ ਕੋਲ ਹੈ। ਮਹਾਰਾਜ ਜੀ ਨੂੰ ਕੈਦ ਕਰਕੇ ਕੋਈ ਪ੍ਰਸਾਦ ਪਾਣੀ ਨਹੀਂ ਦਿੱਤਾ ਗਿਆ। ਇਤਿਹਾਸ ਕਹਿੰਦਾ ਹੈ ਪਿੰਜਰੇ ਵਿੱਚ ਬੰਦ ਕੀਤਾ। ਉਹ ਪਿੰਜਰਾ ਤਸੀਹੇ ਦੇਣ ਲਈ ਸੀ। ਉਸ ਪਿੰਜਰੇ ਦੇ ਵਿੱਚ ਸੂਏ ਲੱਗੇ ਹੋਏ ਸੀ। ਜੇ ਮਹਾਰਾਜ ਖੜੇ ਹੁੰਦੇ ਸਨ ਤਾਂ ਸੀਸ ਵਿੱਚ ਸੂਏ ਚੁਭਦੇ ਸਨ, ਜੇ ਪਿੱਛੇ ਹੁੰਦੇ ਸਨ ਤਾਂ ਪਿੱਠ ਵਿੱਚ ਸੂਏ ਚੁਭਦੇ ਸਨ। ਸੱਜੇ ਖੱਬੇ ਸੂਏ ਸਨ। ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰਨ ਦਾ ਮੁਜੱਸਮਾ, ਪਰਮਾਤਮਾ ਦੀ ਪ੍ਰਤੱਖ ਜੋਤ ਉਸ ਪਿੰਜਰੇ ਵਿੱਚ ਰਹੇ। ਸਤਿਗੁਰੂ ਜੀ ਤੇ ਸਿੱਖਾਂ ਨੂੰ 3 ਗੱਲਾਂ ਕਹੀਆਂ ਗਈਆਂ ਦਿੱਲੀ ਵਿੱਚ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਕੈਦ ਵਿੱਚ ਹਨ। ਭਾਈ ਉਦੇ ਜੀ ਨਿਕਲ ਗਏ। ਬਾਬਾ ਗੁਰਦਿੱਤਾ ਜੀ ਕਹਿੰਦੇ ਨੇ, ਮਹਾਰਾਜ ਇਹ ਸਾਕਾ ਵਰਤਣਾ ਹੈ, ਮੈਂ ਦੇਖ ਨਹੀਂ ਸਕਾਂਗਾ। ਸਤਿਗੁਰੂ ਨੇ ਕਿਹਾ, ਜਾਓ ਸਿਮਰਨ ਵਿੱਚ। ਪਹਿਲਾਂ ਹੀ ਸਰੀਰ ਤਿਆਗ ਗਏ। ਭਾਈ ਮਤੀ ਦਾਸ ਨੇ ਮਹਾਰਾਜ ਨੂੰ ਦੇਖਿਆ, ਜਿਨ੍ਹਾਂ ਦੇ ਸੀਸ 'ਤੇ ਚਮਰ ਝੁਲਦਾ ਹੈ, ਜਿਨ੍ਹਾਂ ਦੇ ਸੀਸ ਉੱਤੇ ਚੰਦੂਏ ਲੱਗੇ ਹੋਏ ਨੇ, ਜਿਨ੍ਹਾਂ ਅੱਗੇ ਅਨੇਕਾਂ ਸੰਗਤਾਂ ਮੱਥਾ ਟੇਕਦੀਆਂ ਨੇ, ਉਹ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਹੈ। ਗੁਰੂ ਪਿਆਰਿਓ, ਸਿੱਖ ਦੇ ਖੂਨ ਨੇ ਉਬਾਲਾ ਮਾਰਿਆ। ਕਹਿਣ ਲੱਗਾ, ਦਾਤਾ ਜੇ ਤੁਸੀਂ ਚਾਹੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ, ਮੈਂ ਬਾਦਸ਼ਾਹ ਦੇ ਤਖਤ ਨੂੰ ਨੇਸਤਨਾਬੂਦ ਕਰ ਦਿਆਂ। ਅੱਗੋਂ ਮਹਾਰਾਜ ਹੱਸ ਕੇ ਕਹਿੰਦੇ ਨੇ, ਮਤੀ ਦਾਸ ਇਹ ਤਾਕਤ, ਇਹ ਸ਼ਕਤੀ ਕਿੱਥੋਂ? ਕਹਿਣ ਲੱਗੇ, ਮਹਾਰਾਜ ਤੇਰੇ ਚਰਨਾਂ 'ਚੋਂ। ਮਹਾਰਾਜ ਕਹਿਣ ਲੱਗੇ, ਸਮੁੰਦਰ ਸਾਹਮਣੇ ਬੂੰਦ ਨੂੰ ਮਾਣ ਨਹੀਂ ਕਰਨਾ ਚਾਹੀਦਾ। ਜਦੋਂ ਇਸ ਨੂੰ ਇਹ ਆਵਾਜ਼ ਸੁਣੀ ਗਈ 10 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਿੰਜਰਾ ਚੌਂਕ ਵਿੱਚ ਲਿਆਂਦਾ ਗਿਆ। ਭਾਈ ਮਤੀ ਦਾਸ ਜੀ ਗੁਰੂ ਕੇ ਦੀਵਾਨ ਨੂੰ 3 ਗੱਲਾਂ ਕਹੀਆਂ ਗਈਆਂ। ਕਰਾਮਾਤ ਦਿਖਾਓ, ਕਹਿੰਦੇ ਨਹੀਂ। ਦੂਸਰੀ ਗੱਲ ਕਹੀ, ਇਸਲਾਮ ਕਬੂਲ ਕਰੋ, ਕਿਹਾ ਕਦੇ ਵੀ ਨਹੀਂ। ਤੀਜੀ ਗੱਲ ਕਹੀ, ਮੌਤ ਦੀ ਤਿਆਰੀ ਕਰੋ, ਕਹਿਣ ਲੱਗੇ ਕਰਕੇ ਆਏ ਹਾਂ। ਗੁਰੂ ਪਿਆਰਿਓ, ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਜਕੜਾ ਗਿਆ, ਸਤੀਰਾਂ ਵਿੱਚ ਜਕੜਿਆ ਗਿਆ। ਅਖੀਰ ਕਿਹਾ ਗਿਆ, ਕਰਾਮਾਤ, ਇਸਲਾਮ ਨਹੀਂ ਤਾਂ ਆਰਾ ਤਿਆਰ। ਤਾਂ ਭਾਈ ਮਤੀ ਦਾਸ ਜੀ ਨੇ ਕਿਹਾ, ਆਰਾ ਸਵੀਕਾਰ ਹੈ, ਮੈਨੂੰ ਆਰਾ ਪਿਆਰਾ ਹੈ। ਸਿਰ ਜਾਂਦਾ ਹੈ ਤਾਂ ਜਾਣ ਦੇ, ਮੇਰਾ ਸਿੱਖੀ ਸਿਦਕ ਪਿਆਰਾ ਹੈ। ਤਾਂ ਭਾਈ ਮਤੀ ਦਾਸ ਜੀ ਨੂੰ ਪੁੱਛਿਆ ਗਿਆ, ਅੰਤਿਮ ਇੱਛਾ? ਕਹਿਣ ਲੱਗੇ, ਬਸ ਇੱਕੋ ਹੀ ਇੱਛਾ ਹੈ ਮੇਰੀ। ਜਦੋਂ ਤੁਸੀਂ ਮੇਰੇ ਸਿਰ 'ਤੇ ਆਰਾ ਚਲਾਓ, ਉਸ ਵਕਤ ਮੇਰਾ ਮੂੰਹ ਮੇਰੇ ਮਹਿਬੂਬ ਵੱਲ ਕਰ ਦਿਓ। ਮੈਂ ਪਿੰਜਰੇ ਵਿੱਚ ਆਪਣੀ ਸੱਚੀ ਸਰਕਾਰ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਆਰਾ ਇਸ ਤਰ੍ਹਾਂ ਚਲਾਇਓ, ਤੁਸੀਂ ਆਰੇ ਦੇ ਦੰਦੇ ਸਰੀਰ ਵਿੱਚ ਲਿਜਾਣੇ ਨੇ। ਮੈਂ ਪੌੜੀਆਂ ਪੌੜੀਆਂ ਸੁਰਤ ਨਾਲ ਪੜ੍ਹਦਿਆਂ ਸੱਚਖੰਡ ਵਿੱਚ ਜਾਣਾ ਹੈ। ਮੈਂ ਜਪ ਸ਼ੁਰੂ ਕਰਾਂਗਾ। ਗੁਰੂ ਪਿਆਰਿਓ, ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਵਿੱਚ ਜਕੜ ਦਿੱਤਾ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਖ ਰਹੇ ਨੇ ਸਿੱਖ ਦੇ ਸਰੀਰ ਤੇ ਆਰਾ ਚੱਲਦਾ ਹੈ। ਮਹਾਰਾਜ ਦੇ ਦੇਖਦਿਆਂ ਦੇਖਦਿਆਂ ਆਰਾ ਚੱਲਿਆ। ਇੱਕ ਖੱਬੇ ਪਾਸੇ ਟੁਕੜਾ ਡਿੱਗ ਪਿਆ, ਇੱਕ ਸੱਜੇ ਪਾਸੇ ਡਿੱਗ ਪਿਆ, ਪਰ ਜਪਜੀ ਸਾਹਿਬ ਜੀ ਦਾ ਪਾਠ ਅਜੇ ਪੂਰਾ ਨਹੀਂ ਹੋਇਆ। ਪੇਟ ਤੱਕ ਆਰਾ ਚੱਲਦਾ ਹੈ। ਸਰੀਰ ਦੇ ਦੋ ਟੁਕੜੇ ਹੋ ਗਏ, ਇੱਕ ਅੱਖ ਤੇ ਕੰਨ ਇੱਕ ਪਾਸੇ, ਦੂਜੀ ਅੱਖ ਤੇ ਕੰਨ ਇੱਕ ਪਾਸੇ। ਪਿੰਜਰੇ ਵਿੱਚੋਂ ਆਵਾਜ਼ ਆਈ, ਧੰਨ ਸਿੱਖੀ, ਧੰਨ ਸਿੱਖੀ। ਦੋਹਾਂ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਰਹੀ। ਇਤਿਹਾਸ ਕਹਿੰਦਾ ਹੈ ਭਾਈ ਮਤੀ ਦਾਸ ਜੀ ਦੇ ਦੋ ਟੁਕੜੇ ਕਰ ਦਿੱਤੇ। ਭਾਈ ਦਿਆਲਾ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਗੁਰੂ ਕੇ ਸਿੱਖ ਨੂੰ ਚੀਰਨ ਵਾਲਿਓ, ਤੁਸੀਂ ਆਪਣੇ ਹਕੂਮਤ ਦੀਆਂ ਜੜ੍ਹਾਂ ਨੂੰ ਚੀਰ ਦਿੱਤਾ ਹੈ। ਭਾਈ ਦਿਆਲਾ ਜੀ ਨੂੰ ਜਿਉਂਦਿਆਂ ਉਬਲਦੇ ਪਾਣੀ ਵਿੱਚ ਦੇਗ ਵਿੱਚ ਬਿਠਾ ਦਿੱਤਾ। ਭਾਈ ਦਿਆਲਾ ਜੀ ਨੇ ਦੇਗ ਵਿੱਚ ਬੈਠਦਿਆਂ ਇੱਕ ਅਰਦਾਸ ਕੀਤੀ, ਹੇ ਗੁਰੂ ਅਰਜਨ ਦੇਵ ਮਹਾਰਾਜ ਜੀ, ਜਹਾਂਗੀਰ ਦੀ ਦੇਗ ਸੀ, ਇਹੀ ਉਬਲਦਾ ਪਾਣੀ ਸੀ। ਤੁਸੀਂ ਪੰਜਵੇਂ ਜਾਮੇ ਵਿੱਚ ਜਿਵੇਂ ਉੱਥੇ ਉਬਾਲੇ ਸਹਾਰ ਗਏ, ਸਿੱਖ ਵਿੱਚ ਵੀ ਵਰਤ ਕੇ ਵੀ ਉਬਾਲੇ ਸਹਾਰ ਜਾਇਓ। ਦੇਗ ਵਿੱਚ ਬੰਦ ਕਰ ਦਿੱਤਾ ਗਿਆ। ਦੇਗ ਵਿੱਚ ਭਾਈ ਮਤੀ ਦਾਸ ਜੀ ਦੀ ਹੱਡੀਆਂ ਤੇ ਚੰਮ ਵੱਖ-ਵੱਖ ਹੋ ਗਿਆ ਸੀ। ਉਸ ਤੋਂ ਬਾਅਦ ਗੁਰੂ ਦਾ ਤੀਸਰਾ ਸਿੱਖ ਭਾਈ ਸਤੀ ਦਾਸ, ਸਾਡਾ ਇਤਿਹਾਸ ਕਹਿੰਦਾ ਹੈ, ਜਿਹੜੀ ਕਾਜੀ ਨਾਲ ਗੱਲਬਾਤ ਹੋਈ ਸੀ, ਜਿੰਨੇ ਦਿਨ ਹੁੰਦੀ ਰਹੀ, ਉਹਨਾਂ ਨੇ ਸਾਰੀ ਗੱਲ ਨੋਟ ਕੀਤੀ ਸੀ। ਸਭ ਕੁਝ ਖੋਹ ਲਿਆ ਗਿਆ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੂੰ ਦੇ ਉੱਤੇ ਰੱਸੀ ਬੰਨ੍ਹ ਕੇ, ਰੂੰ ਲਪੇਟ ਕੇ ਇਸ ਸਿੱਖ ਦੇ ਪੈਰਾਂ ਪਾਸੋਂ ਅੱਗ ਲਾਈ ਗਈ। ਜਿਉਂਦੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ੍ਹ ਕੇ ਲਪੇਟ ਕੇ ਅੱਗ ਲਾਈ। ਜਦੋਂ ਸਰੀਰ ਡਿੱਗਿਆ, ਤਮਾਸ਼ਬੀਨ ਲੋਕ ਤਾੜੀਆਂ ਮਾਰਦੇ ਹੋਣਗੇ। ਸਿੱਖ ਦੇ ਜਿਸਮ ਵਿੱਚੋਂ ਪ੍ਰਾਣ ਨਿਕਲ ਕੇ ਗੁਰੂ ਦੇ ਚਰਨਾਂ ਵਿੱਚ ਜਾਂਦੇ ਹੋਣਗੇ। ਜਦੋਂ ਇਹ ਜ਼ਮੀਨ ਉੱਤੇ ਸ਼ਾਂਤ ਹੋ ਗਏ, ਮਹਾਰਾਜ ਨੇ ਤੀਸਰੀ ਆਵਾਜ਼ ਦਿੱਤੀ, ਧੰਨ ਸਿੱਖੀ, ਧੰਨ ਸਿੱਖੀ। ਨਾਲ ਵਚਨ ਕਿਹਾ, ਜਿੰਨੀ ਦੇਰ ਤੱਕ ਇਹ ਧਰਤੀ ਰਹੇਗੀ, ਚੰਨ ਤਾਰੇ ਸੂਰਜ ਮੌਜੂਦ ਰਹੇਗਾ, ਸਿੱਖੋ ਤੁਹਾਡੇ ਡੁੱਲੇ ਹੋਏ ਖੂਨ ਨੂੰ ਸੰਗਤਾਂ ਨਮਸਕਾਰ ਕਰਨਗੀਆਂ। ਗੁਰੂ ਪਿਆਰਿਓ, 10 ਨਵੰਬਰ ਸ਼ਾਮ ਨੂੰ ਸਿੱਖ ਸ਼ਹੀਦ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਫਿਰ ਕੋਤਵਾਲੀ ਅੰਦਰ ਲੈ ਜਾਇਆ ਗਿਆ। 11 ਨਵੰਬਰ ਨੂੰ ਢਿੰਡੋਰਾ ਪਿਟਵਾ ਦਿੱਤਾ ਗਿਆ ਕਿ ਦਿੱਲੀ ਦੇ ਵਸਨੀਕੋ, ਕੱਲ੍ਹ ਨੂੰ ਚਾਂਦਨੀ ਚੌਕ ਵਿੱਚ ਇਕੱਠੇ ਹੋ। ਸਿੱਖਾਂ ਦੇ ਗੁਰੂ ਤਿਲਕ ਜੰਝੂ ਨੂੰ ਰੱਖਣ ਵਾਲੇ, ਜਿਹੜਾ ਪੰਡਤਾਂ ਦੀ ਗਵਾਹੀ ਕਰਕੇ ਉਹਨਾਂ ਲਈ ਢਾਲ ਬਣ ਕੇ ਆਇਆ ਹੈ, ਕੱਲ੍ਹ ਨੂੰ ਚੌਰਾਹੇ ਵਿੱਚ ਉਸ ਦਾ ਸਿਰ ਕਲਮ ਕਰਿਆ ਜਾਏਗਾ। ਦੁਪਹਿਰ ਢਲੀ, ਸਾਰੀ ਦਿੱਲੀ ਉੱਥੇ ਪਹੁੰਚ ਗਈ। ਦਿਨ ਚੜ੍ਹਿਆ, ਸਤਿਗੁਰੂ ਜੀ ਨੂੰ ਪਿੰਜਰੇ 'ਚੋਂ ਬਾਹਰ ਲਿਆਂਦਾ ਗਿਆ। ਸ਼ਬਦ ਉਹੀ ਸੀ, ਕਰਾਮਾਤ ਵਿਖਾਓ, ਇਸਲਾਮ ਕਬੂਲ ਕਰੋ, ਨਹੀਂ ਤਾਂ ਮੌਤ ਵਾਸਤੇ ਤਿਆਰ ਰਹੋ। ਤੁਸੀਂ ਕਿਉਂ ਜੰਝੂ ਦੀ ਹਾਮੀ ਭਰ ਰਹੇ ਹੋ? ਮਹਾਰਾਜ ਕਹਿੰਦੇ, ਮੇਰੀ ਆਸਥਾ ਨਹੀਂ ਹੈ, ਮੇਰਾ ਵੱਖਰਾ ਸਿਧਾਂਤ ਹੈ, ਪਰ ਮੈਂ ਕਹਿਣਾ ਹਾਂ, ਜੇ ਮੈਂ ਤਿਲਕ ਜੰਝੂ ਨਹੀਂ ਪਾਉਂਦਾ, ਧਰਮ ਦੀ ਸੁਤੰਤਰਤਾ ਚਾਹੀਦੀ ਹੈ, ਆਜ਼ਾਦੀ ਚਾਹੀਦੀ ਹੈ। ਅਗਲਾ ਪ੍ਰਭਾਵਿਤ ਹੋ ਕੇ ਸ਼ਬਦ ਨੂੰ ਕਮਾ ਕੇ ਇੱਧਰ ਆ ਜਾਏ, ਪਰ ਧੱਕਾ ਜ਼ੋਰ ਨਹੀਂ ਚਾਹੀਦਾ। ਕਰਾਮਾਤ ਨਹੀਂ ਮੈਂ ਵਿਖਾਵਾਂਗਾ। ਫਿਰ ਕਹਿਣ ਲੱਗੇ, ਤੁਹਾਡਾ ਸੀਸ ਕਲਮ ਕੀਤਾ ਜਾਏਗਾ। ਤਾਂ ਸਤਿਗੁਰੂ ਜੀ ਨੇ ਕਿਹਾ, ਤੁਸੀਂ ਵਾਰ-ਵਾਰ ਕਿਉਂ ਪੁੱਛਦੇ ਹੋ? ਇਸਲਾਮ ਮੌਤ, ਇਸਲਾਮ ਮੌਤ। ਤੁਹਾਨੂੰ ਇਹ ਸਵਾਲ ਕੱਲ੍ਹ ਹੀ ਖਤਮ ਕਰ ਦੇਣਾ ਚਾਹੀਦਾ ਸੀ, ਜਦੋਂ ਮੇਰੇ ਸਿੱਖਾਂ ਨੂੰ ਤੁਸੀਂ ਆਰੇ ਨਾਲ ਚੀਰਿਆ। ਉਹ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਗਿਆ, ਤੁਹਾਡੀ ਕੋਈ ਅੰਤਿਮ ਇੱਛਾ? ਸਤਿਗੁਰੂ ਜੀ ਕਹਿੰਦੇ, ਮੈਂ ਇਸ਼ਨਾਨ ਕਰਨਾ ਚਾਹੁੰਦਾ ਹਾਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਖੂਹ 'ਤੇ ਗਏ। ਦਾਤਾ ਨੇ ਇਸ਼ਨਾਨ ਕੀਤਾ, ਵਸਤਰ ਪਾ ਲਏ ਅਤੇ ਆ ਕੇ ਰੁੱਖ ਦੇ ਥੱਲੇ ਚੌਕੜਾ ਮਾਰ ਕੇ ਬੈਠ ਗਏ। ਭਾਈ ਜੈਤਾ, ਉਹਨੂੰ ਯਾਦ ਹੈ ਕਿ ਸਤਿਗੁਰੂ ਜੀ ਦਾ ਸੀਸ ਮੈਂ ਮਾਤਾ ਨਾਨਕੀ ਜੀ ਕੋਲ ਲੈ ਜਾਣਾ ਹੈ। ਸਤਿਗੁਰੂ ਜੀ ਦਾ ਸੀਸ ਇਹਨਾਂ ਦੇ ਪੁੱਤਰ
ਗੋਬਿੰਦ ਰਾਏ ਕੋਲ ਲੈ ਕੇ ਜਾਣਾ ਹੈ। ਇਸ ਸੀਸ ਨੂੰ ਉਸ ਮਾਂ ਕੋਲ ਲੈ ਜਾਣਾ ਹੈ ਜਿਸ ਨੇ ਆਪਣਾ ਸੁਹਾਗ ਵਾਰ ਕੇ ਤਿਲਕ ਜੰਝੂ ਵਾਲਿਆਂ ਦੇ ਸੁਹਾਗ ਬਚਾ ਦਿੱਤੇ ਸਨ। ਮਹਾਰਾਜ ਆ ਕੇ ਬੈਠ ਗਏ। ਸਵਾਲ ਉਹੀ ਰਟੇ ਰਟਾਏ। ਸਤਿਗੁਰੂ ਜੀ ਕਹਿੰਦੇ ਨੇ, ਮੇਰੀ ਇੱਛਾ ਹੈ ਕਾਜੀ। ਜੱਲਾਦ ਦੋਨੋਂ ਬੈਠੇ ਨੇ, ਕੋਤਵਾਲ ਵੀ ਕੋਲ ਹੈ। ਕੋਤਵਾਲ ਅਬਦੁੱਲਾ, ਕਾਜੀ ਅਬਦੁਲ ਵਾਹਿਦ ਤੇ ਜੱਲਾਦ ਜਲਾਲੂਦੀਨ ਤਿੰਨੇ ਬੈਠੇ ਨੇ। ਸਤਿਗੁਰੂ ਜੀ ਵਚਨ ਕਰਦੇ ਹਨ ਕਿ ਮੈਂ ਇਸ਼ਨਾਨ ਕਰ ਲਿਆ ਹੈ। ਕਹਿੰਦੇ ਹੋਰ ਕੋਈ ਇੱਛਾ? ਮਹਾਰਾਜ ਕਹਿੰਦੇ ਇੱਕ ਇੱਛਾ ਹੋਰ ਹੈ, ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ। ਫਿਰ ਸਤਿਗੁਰੂ ਜੀ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ। ਅੰਬਰ ਨੇ ਕੀਰਨੇ ਪਾਏ, ਹਵਾ ਨੇ ਵੈਣ ਪਾਏ। ਗਿਆਨੀ ਗਿਆਨ ਸਿੰਘ ਲਿਖਦਾ ਹੈ, ਪਸ਼ੂ ਪੰਛੀ ਕੁਰਲਾ ਉੱਠੇ। ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਇਆ। 54 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਗੁਰੂ ਜੀ ਸ਼ਹੀਦ ਹੋਏ। 45 ਸਾਲ ਦੀ ਉਮਰ ਸੀ ਜਦੋਂ ਘਰ ਬੇਟਾ ਪੈਦਾ ਹੋਇਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਠ ਸ਼ੁਰੂ ਕੀਤਾ। ਜੱਲਾਦ ਜਲਾਲੂਦੀਨ ਤੇਗ ਤਿੱਖੀ ਕਰੀ ਜਾ ਰਿਹਾ ਹੈ। ਮਹਾਰਾਜ ਜੀ ਨੇ ਜਦੋਂ ਸ਼ਬਦ ਕਿਹਾ ਕਿ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਪਿਆਰਿਓ, ਪੂਰੇ ਜ਼ੋਰ ਨਾਲ ਤਲਵਾਰ ਚੱਲੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਵੱਖਰਾ ਹੋ ਕੇ ਡਿੱਗ ਪਿਆ। ਹਨੇਰੀ ਚੱਲੀ, ਝੱਖੜ ਝੁੱਲਿਆ, ਕੰਬ ਉੱਠਿਆ ਸਾਰਾ ਸੰਸਾਰ। ਭਾਈ ਜੈਤਾ ਜੀ ਸਾਂਭ ਪੈਂਦੀ ਹੈ। ਸਤਿਗੁਰੂ ਜੀ ਦਾ ਸੀਸ ਕੱਪੜੇ 'ਚ ਲਪੇਟ ਕੇ ਸੀਨੇ ਨਾਲ ਲਾ ਕੇ ਤੁਰ ਪੈਂਦੇ ਹਨ। 11 ਨਵੰਬਰ ਰਾਤ ਨੂੰ ਭਾਈ ਲੱਖੀ ਸ਼ਾਹ ਦਾ ਘਰ ਸੜਦਾ ਹੈ। ਉਸ ਨੇ ਆਪਣੇ ਘਰ ਨੂੰ ਫੂਕ ਦਿੱਤਾ। ਉਹਦੇ ਪੁੱਤਰ ਨਿਗਾਹੀਆਂ ਨੇ ਪੂਰੀ ਸਹਾਇਤਾ ਕੀਤੀ। ਇੱਥੋਂ 11 ਨਵੰਬਰ ਰਾਤ ਨੂੰ ਭਾਈ ਜੈਤਾ ਜੀ ਨਿਕਲੇ। 12 ਨਵੰਬਰ ਅੰਮ੍ਰਿਤ ਵੇਲੇ ਬਾਗਪਟ ਪਹੁੰਚੇ। ਥੋੜ੍ਹਾ ਜਿਹਾ ਸਮਾਂ ਆਰਾਮ ਕਰਦੇ ਹਨ। ਇੱਥੋਂ ਸੀਸ ਚੁੱਕਦੇ ਨੇ ਤੇ ਤਰਾਵੜੀ ਜਾ ਪਹੁੰਚਦੇ ਨੇ। ਤਰਾਵੜੀ ਉਹ ਪਰਿਵਾਰ ਧੋਬੀਆਂ ਦਾ ਉਡੀਕ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਦੀ। ਉਹਨਾਂ ਨੂੰ ਭਾਈ ਸਾਹਿਬ ਦਰਸ਼ਨ ਕਰਾਉਂਦੇ ਹਨ। ਉੱਥੋਂ ਸੀਸ ਚੁੱਕਦੇ ਹਨ ਤੇ ਅੰਬਾਲੇ ਪਹੁੰਚਦੇ ਹਨ। ਟਾਂਗਰੀ ਨਦੀ ਕੋਲ ਆਰਾਮ ਕਰਦੇ ਹਨ। ਅੰਬਾਲੇ ਮਾਜਰੀ ਮੁਹੱਲਾ ਉੱਥੋਂ ਚੱਲਦੇ ਨੇ ਤੇ ਨਾਭਾ ਪਹੁੰਚਦੇ ਨੇ। ਦਰਗਾਹੀ ਸ਼ਾਹ ਮੁਸਲਮਾਨ ਇੰਤਜ਼ਾਰ ਕਰ ਰਿਹਾ ਹੈ। ਉਹਨੂੰ ਦਰਸ਼ਨ ਕਰਾ ਕੇ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਪਹੁੰਚਦੇ ਨੇ। ਕੀਰਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸੁਨੇਹਾ ਪਹੁੰਚ ਜਾਂਦਾ ਹੈ, ਮਾਤਾ ਨਾਨਕੀ ਜੀ ਨੂੰ ਤੇਰੇ ਪੁੱਤਰ ਦਾ ਸੀਸ ਆਇਆ ਹੈ। ਮਾਤਾ ਗੁਜਰੀ ਜੀ ਨੂੰ ਸੁਨੇਹਾ ਪਹੁੰਚਦਾ ਹੈ, ਤੇਰੇ ਸੁਹਾਗ ਦਾ ਸੀਸ ਆਇਆ ਹੈ। ਗੁਰੂ ਪਿਆਰਿਓ, ਗੁਰੂ ਗੋਬਿੰਦ ਰਾਏ ਨੂੰ ਸੁਨੇਹਾ ਪਹੁੰਚਦਾ ਹੈ ਕਿ ਤੁਹਾਡੇ ਪਿਤਾ ਦਾ ਸੀਸ ਆਇਆ ਹੈ। ਪਰਿਵਾਰ ਆਉਂਦਾ ਹੈ, ਸੀਸ ਨੂੰ ਨਮਸਕਾਰ ਕੀਤੀ ਜਾਂਦੀ ਹੈ। ਸ਼ਬਦ ਪੜ੍ਹਦਿਆਂ ਪਾਲਕੀ ਵਿੱਚ ਸੀਸ ਟਿਕਾ ਕੇ ਸੀਸ ਅਨੰਦਪੁਰ ਸਾਹਿਬ ਪਹੁੰਚਦਾ ਹੈ। 17 ਨਵੰਬਰ ਸੰਨ 1675 ਈਸਵੀ ਨੂੰ 7 ਦਿਨਾਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਘਰ ਦੇ ਬਿਲਕੁਲ ਸਾਹਮਣੇ ਹੁੰਦਾ ਹੈ। ਜਦੋਂ ਸੰਸਕਾਰ ਹੋ ਰਿਹਾ ਹੈ, ਭਾਈ ਜੈਤਾ ਜੀ ਵੀ ਹਨ। ਭਾਈ ਜੈਤਾ ਜੀ ਨੂੰ ਮਹਾਰਾਜ ਦੀ ਆਵਾਜ਼ ਆਉਂਦੀ ਹੈ, ਭਾਈ ਜੈਤਾ ਆਓ ਮੇਰੇ ਕੋਲ। ਤੂੰ ਵਿਰਹਿ ਨਾ ਕਰ, ਤੂੰ ਸੇਵਾ ਬੜੀ ਕੀਤੀ ਹੈ। ਤੂੰ ਗੁਰਮੁਖਾ ਉਹ ਫਰਜ਼ ਨਿਭਾਇਆ ਹੈ ਜਿਹੜਾ ਇੱਕ ਪੁੱਤਰ ਨਿਭਾਉਂਦਾ ਹੈ। ਰੰਗ ਰੇਟੇ ਗੁਰੂ ਕੇ ਬੇਟੇ, ਸਦਾ ਪੰਥ ਸੰਗ ਸਮੇਟੇ। ਕੁਝ ਮੰਗ ਭਾਈ ਜੈਤਾ ਜੀ ਕਹਿੰਦੇ, ਸਤਿਗੁਰੂ ਜੀ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼ ਦਿਓ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵੀਡੀਓ ਨੂੰ ਲਾਈਕ ਕਰਨਾ, ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ। ਕਮੈਂਟ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਿਖਣਾ। ਜੇ ਮੇਰੇ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।